जी नाज़रीन अस्सलाम वालेकुम। आप देख रहे हैं लीड न्यूज़ और मैं आपका होस्ट नज़ाकत ख़ान। और इस वक्त हमारे साथ एक हमारे दोस्त हैं, साहिवाल से आए हुए हैं और उनकी निजी ज़िंदगी के बारे में हम पूछते हैं। और अस्सलाम वालेकुम जी। वालेकुम की हाल है जनाब? अल्हम्दुलिल्लाह। की ना है तुहाडा? इब्रार अहमद। वालिद साहब का की ना है तुहाडा? मुख्तार अहमद। मुख्तार अहमद। तो किन्ने भैन भाई हो? ਅਸੀਂ 3 ਭਾਈ 2 ਭੈਣਾਂ। 3 भाई 2 ਭੈਣਾਂ। ਤੇ ਭੈਣਾਂ ਦੇ ਵਿਆਹ ਹੋ ਗਏ ਹਾਂਜੀ ਤੇ ਭਾਈਆਂ ਦੇ? ਹਾਂਜੀ। ਅੱਛਾ, ਤੇ ਤੁਸੀਂ ਇਹ ਦੱਸੋ ਤੁਹਾਡਾ ਵਿਆਹ ਹੋਇਆ? ਮੇਰਾ ਨਹੀਂ ਹਾਲੇ। ਤੁਹਾਡਾ ਹਜੇ ਵਿਆਹ ਨਹੀਂ ਹੋਇਆ। ਅੱਛਾ, ਤੇ ਵਿਆਹ ਕਰਨ ਦਾ ਇਰਾਦਾ ਹੈ? ਹਾਂਜੀ ਕਰਵਾਵਾਂਗੇ। ਵਿਆਹ ਕਰਾਵੋਗੇ ਤੇ ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਦੋਸਤ ਨੇ ਹਾਂਜੀ ਉਹ ਕਿੰਨੇ ਕੋਈ ਨੇ, ਕਿਹੜੇ ਕਿਹੜੇ ਦੋਸਤ ਨੇ? ਕੋਈ ਨਾ? ਮੈਂ ਕਾਫੀ ਦੋਸਤ ਮੇਰੇ ਜ਼ਿਆਦਾ ਮੇਰੇ ਦੋਸਤ ਕਿਤੇ ਬਚਪਨ ਚ ਪੜ੍ਹਦੇ ਉਦੋਂ ਹੁੰਦੇ ਸੀ। ਅੱਛਾ, ਉਹਨਾਂ ਦੋਸਤੀ ਉੱਥੇ ਰਹਿ ਲਿਆ ਦੋਸਤ ਉਦੋਂ ਹੀ ਉਹਨੇ ਬਾਅਦ ਚ ਮੈਂ ਨਹੀਂ ਦੋਸਤੀ ਕਦੀ ਜ਼ਿਆਦਾ। ਅੱਛਾ, ਤੇ ਤੁਸੀਂ ਕਿ ਤਾਲੀਮ ਸਟਾਰਟਿੰਗ ਕਿੱਥੋਂ ਹਾਸਲ ਕੀਤੀ? ਮੈਂ ਸਕੂਲ ਤੋਂ ਹਾਸਲ ਕੀਤੀ। ਨਹੀਂ, ਸਾਰਾ ਬੰਦਾ ਸਕੂਲ ਤੋਂ ਤਾਲੀਮ ਹਾਸਲ ਕਰਦੇ ਨੇ। ਹਾਂਜੀ। ਮੈਨੂੰ ਇਹ ਦੱਸੋ ਕਿ ਆਪਣੇ ਪਿੰਡ ਤੋਂ ਹਾਸਲ ਕੀਤੀ ਜਾਂ ਸ਼ਹਿਰ ਆਏ ਸੀ? ਮੈਂ ਆਪਣੇ ਪਹਿਲੇ ਕੀ ਕਹਿੰਦੇ ਸ਼ਹਿਰ ਚੋਂ ਹਾਸਲ ਕੀਤੀ। ਆਪਣੇ ਸ਼ਹਿਰ ਚੋਂ ਹਾਸਲ ਕੀਤੀ, ਸਾਹੀਵਾਲ ਤੋਂ? ਹਾਂਜੀ ਸਾਹੀਵਾਲ ਤੋਂ ਹਾਸਲ। ਤੇ ਕਿੰਨੇ ਕੋਈ ਤਾਲੀਮ ਹਾਸਲ ਕੀਤੀ? ਕਿੰਨੇ ਵਰਿਆਂ ਪੜ੍ਹੇ? ਮੈਂ ਮੈਟ੍ਰਿਕ ਪਾਸ। ਮੈਟ੍ਰਿਕ ਪਾਸ ਕੀਤੀ ਤੁਸੀਂ? ਤੇ ਮੈਟ੍ਰਿਕ 'ਚ ਅੱਛੇ ਨੰਬਰ ਆਏ ਸੀ ਜਾਂ? ਬਸ ਮੈਟ੍ਰਿਕ ਐਗਜ਼ਾਮ ਨਹੀਂ ਸੀ ਦੇ ਸਕੇ। ਮੈਟ੍ਰਿਕ ਦਾ ਐਗਜ਼ਾਮ ਨਹੀਂ ਦੇ ਸਕਿਆ ਸੀ। 9ਵੀਂ ਤੱਕ ਪਾਸ ਕੀਤਾ, 10ਵੀਂ ਦੇ ਇਮਤਿਹਾਨ ਨਹੀਂ ਦਿੱਤੇ। ਤੇ ਕੋਈ ਦੋਸਤ ਯਾਰ ਯਾਦ ਆਉਂਦੇ ਨੇ? ਬਸ ਦੋਸਤ ਯਾਦ ਤੇ ਹੁਣ ਤੇ ਮਿਲ ਲੈਂਦੇ ਕਿਉਂਕਿ ਹੁਣ ਕਾਫੀ ਉਮਰ ਹੋ ਗਈ। ਮਿਲ ਲੈਂਦੇ ਆਪਸ 'ਚ? ਉਹਨਾਂ ਦੇ ਵਿਆਹ ਸ਼ਿਆ ਹੋਏ ਆ? ਹਾਂਜੀ ਮਾਸ਼ਾਅੱਲਾ। ਉਹਨਾਂ ਦੇ ਬੱਚੇ ਹੋਏ ਆ? ਹਾਂਜੀ ਹਾਂਜੀ। ਤੇ ਉਹਨਾਂ ਨੂੰ ਵੇਖ ਕੇ ਤੈਨੂੰ ਨਹੀਂ ਹੈ ਕਿ ਹੁੰਦਾ ਕਿ ਯਾਰ ਮੈਂ ਵੀ ਵਿਆਹ ਕਰ ਲੈਂਦਾ ਤੇ ਮੇਰੀ ਵੀ ਬਾਲ ਬੱਚੇ ਹੁੰਦੇ? ਯਾਦ ਤੇ ਆਉਂਦਾ ਕਾਰੋਬਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਵਾਲਾ ਸਾਹਿਬ ਉੱਥੇ ਕਿਤੇ ਮਿਲ ਪਏ। ਅੱਛਾ, ਤੇ ਵਾਲਾ ਸਾਹਿਬ ਦਾ ਕੀ ਕਾਰੋਬਾਰ ਹੈ? ਚਮੜੇ ਦਾ। ਚਮੜੇ ਦਾ ਕਾਰੋਬਾਰ ਹੈ ਵਾਲਾ ਸਾਹਿਬ ਦਾ। ਤੇ ਚਮੜਾ ਕਿਸ ਚੀਜ਼ ਦਾ ਚਮੜਾ ਵੇਚਦੇ ਨੇ ਉਹ? ਚਮੜਾ ਖਰੀਦਦੇ ਨੇ। ਗਾਏ ਦਾ? ਹਾਂਜੀ। ਗਾਏ ਬੱਕਰੀ ਦਾ ਚਮੜਾ ਖਰੀਦਦੇ ਨੇ। ਅੱਛਾ ਅੱਛਾ, ਉਹਦਾ ਚਮੜਾ ਖਰੀਦ ਫਿਰ ਉਹਨੂੰ ਅੱਗੇ ਸੇਲ ਆਊਟ ਕਰਦੇ ਨੇ, ਵੱਡੇ ਸਟੋਰਾਂ ਤੇ ਸੇਲ ਆਊਟ ਕਰਦੇ ਨੇ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਵੀ ਵਾਲਾ ਸਾਹਿਬ ਦੇ ਨਾਲ ਮਿਲ ਕੇ ਕਾਰੋਬਾਰ ਕਰਦੇ ਹੋ ਉਹੀ ਚਮੜੇ ਦਾ? ਹਾਂਜੀ ਵਾਲਾ ਸਾਹਿਬ ਨਾਲ ਕਰਦੇ ਹੋ, ਠੀਕ ਹੋ ਗਿਆ। ਗਾय ਬੱਕਰੀ ਭੈਂਸ ਉਸका ਚਮੜਾ, ਉਹਦਾ ਚਮੜੇ ਦਾ ਕਾਰੋਬਾਰ ਕਰਦੇ ਹੋ। ਤੇ ਜਿਹੜਾ ਕਾਰੋਬਾਰ ਹੈ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੁਲਕ ਤੋਂ ਬਾਹਰ ਜਾਣਾ ਚਾਹੁੰਦੇ ਹੋ, ਤੇ ਵਾਲਾ ਸਾਹਿਬ ਦਾ ਕਾਰੋਬਾਰ ਲੈ ਕੇ ਜਾਓਗੇ ਨਾਲ ਉੱਥੇ ਬਾਹਰ ਮੁਲਕ ਵੀ ਇਹੀ ਚਮੜੇ ਦਾ ਕਾਰੋਬਾਰ ਕਰੋਗੇ? ਕਾਰੋਬਾਰ ਇੱਥੇ ਹੁਣ ਖਤਮ ਹੋ ਗਿਆ। ਕਹਿੰਦੇ ਕੀ ਮਤਲਬ ਖਤਮ ਹੋ ਗਿਆ? ਕਾਰੋਬਾਰ ਖਤਮ ਹੋ ਗਿਆ। ਮਤਲਬ ਕਹਿਣਾ ਕੀ ਚਾਹੁੰਦੇ ਹੋ? ਕਿਸ ਤਰ੍ਹਾਂ ਖਤਮ ਹੋ ਗਿਆ? ਕਿ ਪ੍ਰੋਫਿਟ ਨਹੀਂ ਰਹੀ ਜਾਂ ਕਾਰੋਬਾਰ ਪੈਕਅਪ ਕਰਤਾ, ਖਤਮ ਕਰਤਾ, ਸਿਸਟਮ ਖਤਮ ਕਰਤਾ ਕੰਮ ਦਾ? ਉਹਨਾਂ ਨੇ ਕਾਰੋਬਾਰ ਵੈਸੇ ਖਤਮ ਕਰਤਾ। ਉਹਨਾਂ ਨੇ ਕਾਰੋਬਾਰ ਵੈਸੇ ਖਤਮ ਕਰਤਾ ਤੇ ਹੁਣ ਘਰ ਹੀ ਹੁੰਦੇ ਨੇ? ਬਸ ਦੁਕਾਨ ਤੇ ਜਾਂਦੇ ਨੇ। ਉਹ ਬਚਤ ਨਹੀਂ ਰਹੀ। ਅੱਛਾ, ਬਚਤ ਨਹੀਂ ਰਹੀ। ਬਚਤ ਨਹੀਂ ਰਹੀ। ਤੇ ਪਹਿਲੇ ਵੀ ਕਦੇ ਕੋਈ ਮੁਲਕ ਤੋਂ ਬਾਹਰ ਗਏ ਤੁਸੀਂ? ਹਾਂਜੀ। ਕਿਹੜੇ ਮੁਲਕ ਗਏ? ਦੁਬਈ ਗਏ ਸੀ। ਤੇ ਕੀ ਵਜ੍ਹਾ ਬਣੀ ਵਾਪਸ ਆਉਣ ਦੀ? ਬਸ ਉੱਥੇ ਉਹ ਸੈਲਰੀ ਘੱਟ ਸੀ, ਮੈਂ ਆ ਗਿਆ। ਵਾਪਸ ਆ ਗਏ ਤੁਸੀਂ ਉੱਥੋਂ? ਤੇ ਹੁਣ ਦੁਬਾਰਾ ਜਾਣਾ ਚਾਹੁੰਦੇ ਹੋ? ਕੀ ਵਜ੍ਹਾ ਬਣੀ? ਦੁਬਾਰਾ ਕਿਉਂ ਜਾਣਾ ਚਾਹੁੰਦੇ ਹੋ? ਦੁਬਾਰਾ ਤਾਂ ਮੈਂ ਦੂਸਰੀ ਵਾਰੀ ਚੱਲਾਂ। ਦੁਬਾਰਾ ਦੂਸਰੀ ਜਗ੍ਹਾ ਜਾਣਾ ਚਾਹੁੰਦੇ? ਦੂਸਰੀ ਵਾਰੀ ਚੱਲਾਂ ਦੁਬਈ। ਦੂਸਰੀ ਵਾਰੀ ਚੱਲੇ ਹੋ ਤੇ ਉਨੀ ਹੀ ਤਨਖਾਹ ਹੁਣ ਵੀ ਹੋਏਗੀ? ਹਾਂਜੀ, ਦੱਸਿਆ ਤੇ ਇਹੀ 19 ਕੀ ਤਨਖਾਹ ਹੋਊਗੀ। 19 ਹੀ ਤਨਖਾਹ ਹੋਏਗੀ? 1000 ਕੀ ਦਰਮ ਹੋਊਗੀ। ਕਿੰਨੀ? 1000 ਕੀ ਦਰਮ ਹੋਏਗੀ। ਇਹ ਪਹਿਲਾਂ ਤੁਸੀਂ ਕਹਿੰਦੇ ਸੀ ਕਿ 300 ਦਰਮ ਮੈਨੂੰ ਤਨਖਾਹ ਦਿੰਦੇ ਸੀ, 4 ਘੰਟੇ ਦੀ ਸੀ। ਹੁਣ ਤੁਸੀਂ ਕਹਿੰਦੇ ਹੋ ਹੁਣ ਕੀ ਕਹਿੰਦੇ 1000 ਕੀ ਦਰਮ? ਹੁਣ 1000 ਦਰਮ ਹੋ ਗਈ, ਤਨਖਾਹ ਵੱਧ ਗਈ ਤੇ ਤੁਸੀਂ ਕਿਹਾ ਹੁਣ ਦੁਬਾਰਾ ਦੂਸਰੀ ਵਾਰੀ ਚੱਲਾਂ ਨਾ 1000 ਦਰਮ। 1000 ਦਰਮ ਹੋ ਗਈ, ਠੀਕ ਹੋ ਗਿਆ। ਮਤਲਬ ਹੁਣ ਤਰੱਕੀ ਹੋ ਗਈ ਤੁਹਾਡੀ? ਹਾਂਜੀ। ਤੇ ਡਿਊਟੀ 19 ਹੀ ਹੈ? ਹਾਂਜੀ, ਠੀਕ ਹੋ ਗਿਆ। ਤੇ ਇੱਥੇ ਰਹਿ ਕੇ ਤੁਸੀਂ ਨਹੀਂ ਮਹਿਸੂਸ ਕਰਦੇ ਕਿ ਤੁਸੀਂ ਇੱਥੇ ਪਾਕਿਸਤਾਨ ਬਹੁਤ ਅੱਛਾ ਮੁਲਕ ਹੈ ਸਾਡਾ, ਇੱਥੇ ਰਹਿ ਕੇ ਤੁਸੀਂ ਜਿਹੜਾ ਹੈ ਬਹੁਤ ਅੱਛਾ ਕਾਰੋਬਾਰ ਵੀ ਕਰ ਸਕਦੇ ਹੋ ਔਰ ਬਹੁਤ ਅੱਛਾ ਪੈਸੇ ਵੀ ਕਮਾ ਸਕਦੇ ਹੋ? ਇੱਥੇ ਸੇਲਸਮੈਨ ਵੀ ਜੇ ਅਗਰ ਕਰੇ ਨਾ ਬੰਦਾ, ਉਹ ਵੀ 25 ਤੋਂ 30,000 ਰੁਪਇਆ ਕਮਾ ਲੈਂਦਾ ਹੈ। ਠੀਕ ਹੈ, ਇੰਨੇ ਪੈਸੇ ਉੱਥੇ ਵੀ ਬਣਦੇ ਨੇ। ਇੱਥੇ ਹੀ ਹੁੰਦਾ ਕਿ ਹਰੀ ਬਿਮਾਰੀ 'ਚ ਬੰਦਾ ਘਰ ਆਪਣੇ ਜਾਂਦਾ ਹੈ, ਵਾਲਦੈਨ ਨੂੰ ਮਿਲ ਲੈਂਦਾ ਹੈ, ਭੈਣਾਂ ਭਰਾਵਾਂ ਨੂੰ ਮਿਲ ਲੈਂਦਾ ਹੈ, ਅੱਖਾਂ ਦੇ ਸਾਹਮਣੇ ਰਹਿੰਦਾ ਹੈ। ਠੀਕ ਹੈ, ਬਜਾਏ ਕਿ ਬੰਦਾ ਪ੍ਰਦੇਸ਼ ਜਾਵੇ, ਉਹਨੇ ਹੀ ਪੈਸੇ ਪ੍ਰਦੇਸ਼ ਕੱਟ ਕੇ ਕਰੇ। ਜੀ ਹਾਂਜੀ। ਜਾਣਾ ਬਾਹਰ ਹੀ ਹੈ? ਹਾਂਜੀ। ਤੇ ਖਾਣਾ ਪਕਾਉਣਾ ਆਉਂਦਾ ਤੁਹਾਨੂੰ? ਹਾਂਜੀ, ਖਾਣਾ ਪਕਾ ਲਈਦਾ। ਖਾਣਾ ਪਕਾ ਲਈਦਾ। ਤੇ ਤੁਹਾਡੀ ਫੇਵਰੇਟ ਡਿਸ਼ ਕੀ ਹੈ? ਸਬਜ਼ੀ ਦਾਲ। ਬਸ ਸਬਜ਼ੀ ਦਾਲ ਇਹ ਪਕਾਉਣਾ ਆਉਂਦੀ ਤੁਹਾਨੂੰ? ਰੋਟੀਆਂ ਪਕਾ ਲੈਂਦੇ ਹੋ, ਆਟਾ ਗੁੰਨ ਲੈਂਦੇ ਹੋ? ਹਾਂਜੀ। ਤੇ ਹੋਟਲ ਕਿਉਂ ਨਹੀਂ ਕਰ ਲੈਂਦੇ ਫਿਰ? ਨਹੀਂ ਕਰ। ਦੇਖੋ ਜੀ, ਆਟਾ ਵੀ ਗੁੰਨ ਲੈਂਦਾ ਕਿ ਬੰਦਾ,
ਦਾਲ ਸਾਗ ਵੀ ਪਕਾ ਲੈਂਦਾ ਬੰਦਾ, ਠੀਕ ਹੈ, ਚਾਹ ਵੀ ਪਕਾ ਲੈਂਦੇ ਹੋਣਗੇ ਜੀ। ਤੇ ਇੱਥੇ ਹੋਟਲ ਦਾ ਅੱਛਾ ਖਾਸਾ ਕਾਰੋਬਾਰ ਹੈ, ਹਾਂਜੀ ਬਿਹਤਰੀਨ ਫਸਟ ਕਲਾਸ। ਕਿਸੇ ਵੀ ਹੋਟਲ ਤੇ ਜਾਓ ਤੇ 50,000 ਰੁਪਏ ਤਾਂ ਦੇ ਦਿੰਦੇ ਨੇ। ਹਾਂਜੀ ਤੇ ਐਸੋ ਚੰਗਾ ਉੱਥੇ ਜਾ ਕੇ ਜ਼ਲੀਲ ਹੋਣ ਤੋਂ ਇੱਥੇ ਆਪਣੇ ਮੁਲਕ 'ਚ ਬੰਦਾ ਕਾਰੋਬਾਰ ਕਰੇ। ਜੀ ਜੀ ਜੀ। ਇੱਥੇ ਠੀਕ ਨਹੀਂ ਹਾਂਜੀ ਤੇ ਫਿਰ ਕਿਉਂ ਜਾਣਾ ਚਾਹੁੰਦੇ ਹੋ ਬਾਹਰ? ਬਸ। ਬਈ ਇਰਾਦਾ ਕਰ ਲਿਆ ਕਿ ਬਾਹਰ ਜਾਣਾ। ਹਾਂਜੀ ਅੱਛਾ, ਮੈਨੂੰ ਇਹ ਦੱਸੋ ਕਿ ਨਸ਼ਾ ਕਰਦੇ ਹੋ? ਸਿਗਰਟ ਸਿਗਰਟ ਹਾਂਜੀ ਹਾਂਜੀ ਸਿਗਰਟ ਪੀਂਦੇ ਹੋ? ਪੀ ਲੈਂਦੇ। ਫਿਰ ਵੀ ਨਹੀਂ ਪੀਣਾ ਚਾਹੀਦਾ। ਹਾਂਜੀ ਸਿਗਰਟ ਵੀ ਜੇ ਨੁਕਸਾਨਦੇਹ ਹੈ ਸਿਹਤ ਵਾਸਤੇ। ਜਵਾਨ ਹੋ ਤੁਸੀਂ, ਅਜੇ ਤੁਹਾਡੀ ਉਮਰ ਹੀ ਕੀ ਹੈ। ਤੇ ਮੈਂ ਇਹ ਪੁੱਛਣਾ ਚਾਹ ਰਿਹਾ ਤੁਹਾਡੇ ਕੋਲੋਂ ਕਿ ਤੁਸੀਂ ਪ੍ਰਦੇਸ਼ ਜਾਓਗੇ, ਉੱਥੇ ਸਿਗਰਟ ਬੜਾ ਮਹਿੰਗਾ ਹੈ, ਤਨਖਾਹ ਤੁਹਾਡੀ 1000 ਦਿਰਹਮ ਹੈ, ਤੁਸੀਂ ਘਰ ਪਿੱਛੇ ਕੀ ਕਰੋਗੇ? ਬਸ ਫਿਰ ਜੋ ਪ੍ਰਦੇਸ਼ ਜਾਣਾ ਪੈਂਦਾ, ਫਿਰ ਸਾਰੀ ਗੱਲ ਹੈ, ਸਾਰਾ ਕੁਝ ਦੇਖਣਾ ਪੈਂਦਾ ਉੱਥੇ। ਤੇ ਜਾਣਾ ਪ੍ਰਦੇਸ਼, ਫਿਰ ਸਾਰੀ ਗੱਲ ਕੀ ਕਹਿੰਦੇ ਉੱਥੇ ਫਿਰ ਸਿਗਰਟ ਨੂੰ ਫਿਰ ਬੰਦਾ ਪੀਏਗਾ ਨਹੀਂ, ਰਹੇਗਾ ਨਹੀਂ। ਇੱਥੇ ਵੀ ਪਾਕਿਸਤਾਨ 'ਚ ਪੀਂਦਾ। ਅੱਛਾ, ਤੇ ਇਹ ਵਾਪਸ ਪੈਸੇ ਕਮਾ ਕੇ ਇੱਥੇ ਆ ਕੇ ਸ਼ਾਦੀ ਕਰਨੀ? ਫਿਰ ਨਹੀਂ, ਉੱਥੇ ਹੀ ਸ਼ਾਦੀ ਸ਼ਾਦੀ ਵੀ ਉੱਥੇ ਹੀ ਕਰਨੀ, ਸ਼ਾਦੀ ਵੀ ਉੱਥੇ ਹੀ। ਵਾਪਸ ਨਹੀਂ ਆਣਾ ਪਾਕਿਸਤਾਨ? ਵਾਪਸ ਆ ਗਏ। ਹੁਣ ਇਰਾਦਾ ਕਰ ਲਿਆ ਕਿ ਇਸ ਵਾਰੀ ਤਨਖਾਹ ਘੱਟ ਹੋਵੇ ਜ਼ਿਆਦਾ ਹੋਵੇ ਨਾ ਵੀ ਦੇਣ ਤੇ ਉੱਥੇ ਹੀ ਰਹਿਣਾ? ਹਾਂਜੀ ਉੱਥੇ ਹੀ ਰਹਿਣਾ। ਪੱਕਾ ਪੱਕਾ ਉੱਥੇ ਰਹਿਣਾ। ਤੇ ਸ਼ਾਦੀ ਜਿਹੜੀ ਹੈ ਤੁਸੀਂ ਅਰਬੀ ਨਾਲ ਕਰਨੀ ਜਾਂ ਕਿਸੇ ਪਾਕਿਸਤਾਨੀ ਨਾਲ ਕਰਨੀ ਜਾਂ ਕਿਸੇ ਚਾਈਨੀਜ਼ ਨਾਲ? ਉੱਥੇ ਜਾਵਾਂਗਾ ਕਿ ਨੈਸ਼ਨਲਿਟੀ ਹਾਸਲ ਜਿਹੜੀ ਕੋਲ ਨੈਸ਼ਨਲਿਟੀ ਹਾਸਲ ਕਰਨ ਵਾਸਤੇ ਜਿਹਦੇ ਨਾਲ ਵੀ ਤੁਹਾਡਾ ਪਾਕਿਸਤਾਨੀ ਅਰਬੀ ਹੋਵੇ ਜਾਂ ਉਹਦੇ ਨਾਲ ਕੰਟਰੈਕਟ ਸ਼ਾਦੀ ਕਰ ਲੈਣੀ। ਹਾਂਜੀ। ਅੱਛਾ, ਤੁਸੀਂ ਕੀ ਸਮਝਦੇ ਹੋ ਕੰਟਰੈਕਟ ਸ਼ਾਦੀ ਵਿੱਚ ਉਹਨੂੰ ਵੀ ਹਿੱਸਾ ਦੇਣਾ ਪੈਂਦਾ ਹੈ? ਅਗਰ 1000 ਦਿਰਹਮ ਤੁਹਾਡੀ ਹੈ, 600 ਦਿਰਹਮ ਉਹਨੇ ਰੱਖ ਲਿਆ, 400 ਦਿਰਹਮ ਤੁਹਾਡੇ ਕੋਲ ਬਚ ਗਿਆ, ਫਾਇਦਾ? ਉਹਨੂੰ ਸ਼ਾਪਿੰਗ ਵੀ ਕਰਾਣੀ ਪੈਣੀ, ਉਹਨੂੰ ਰੋਟੀ ਵੀ ਕੱਪੜਾ ਲੈ ਕੇ ਦੇਣਾ ਪੈਣਾ, ਉਹਦੇ ਕੱਪੜੇ ਵੀ ਪੂਰੇ ਕਰਨੇ ਪੈਣੇ। ਸਾਰੀ ਗੱਲ ਤੇਰੀ ਬੁੱਢੀ ਹੋਏਗੀ, ਠੀਕ ਹੈ, ਟੈਕਸ ਵਗੈਰਾ ਤੇ ਉਹਨੂੰ ਦੇਣਾ ਪੈਂਦਾ। ਹਾਂ ਦੇਣਾ ਪੈਂਦਾ ਅੱਧਾ ਇਹਦਾ ਹਿੱਸਾ ਤੇ ਅੱਧਾ ਉਹਨੂੰ ਵੀ ਦੇਣਾ ਨਾ। ਅੱਧਾ ਉਹਨੂੰ ਵੀ ਦੇਣਾ। ਤੇ ਫਿਰ ਪਿੱਛੇ ਘਰ ਕੀ ਕਰੋਗੇ ਤੁਸੀਂ? ਬਸ ਵੀ ਕੀ ਕਰੀ, ਘਰ ਵੀ ਕਰਾਂਗੇ ਜਦੋਂ। ਤੇ ਵਾਲਦੈਨ ਨੇ ਤੁਹਾਨੂੰ ਇਜਾਜ਼ਤ ਦੇ ਦਿੱਤੀ ਕਿ ਬਈ ਜਾ ਪੁੱਤਰਾ ਹੁਣ ਜੀ ਆਪਣੀ ਜ਼ਿੰਦਗੀ? ਖੁਸ਼ੀ ਨਾਲ ਦੇ ਦਿੱਤੀ ਇਜਾਜ਼ਤ? ਖੁਸ਼ੀ ਨਾਲ। ਠੀਕ ਹੋ ਗਿਆ। ਤੇ ਇੱਥੇ ਕੋਈ ਸ਼ਾਦੀ ਜਾਂ ਕੋਈ ਕੁੜੀ ਪਸੰਦ ਆਈ ਤੁਹਾਨੂੰ, ਜਾਂ ਕੋਈ ਤੁਹਾਡਾ ਇੰਟਰਸਟਿੰਗ ਕਿਸੇ ਨਾਲ ਮੁਹੱਬਤ ਹੋਈ ਹੋਵੇ? ਨਹੀਂ, ਇੱਥੇ ਮੁਹੱਬਤ ਨਹੀਂ ਹੋਈ ਕਿਸੇ ਨਾਲ? ਕੋਈ ਆਪਣੇ ਬਾਰੇ 'ਚ ਦੱਸੋ, ਕੋਈ ਇੰਟਰਸਟਿੰਗ ਦੀ ਕਹਾਣੀ ਦੱਸੋ ਵੀ ਹਰ ਬੰਦੇ ਦੀ ਜਵਾਨੀ 'ਚ ਹੁੰਦੀ ਹੈ। ਮੈਂ ਆਪ ਇਸ਼ਕ ਕੀਤਾ ਜਵਾਨੀ 'ਚ, ਉਹ ਬੜਾ ਲੰਮਾ ਇਸ਼ਕ ਹੋਇਆ ਮੇਰਾ। ਮੈਂ ਕਿਸੇ ਨਾਲ ਇੱਥੇ ਨਾ ਪੱਗ ਇਸ਼ਕ ਕਿਸੇ ਨਾਲ ਨਹੀਂ ਕੀਤਾ? ਕੋਈ ਕੁੜੀ ਵੀ ਪਸੰਦ ਨਹੀਂ ਆਈ? ਹਾਂਜੀ ਕਿਸੇ ਵੱਲ ਵੇਖਿਆ ਵੀ ਨਹੀਂ? ਹਾਂਜੀ। ਵਜ੍ਹਾ? ਬਸ ਉਹ ਦਿਲ ਨਹੀਂ ਕੀਤਾ ਬਈ ਕਿ ਆਹ ਕੁੜੀ ਸੋਹਣੀ ਹੈ ਯਾਰ, ਇਹਨੂੰ ਆਈ ਲਵ ਯੂ ਕਹਿ ਦਈਏ? ਜਦੋਂ ਵਾਲ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਨਾ ਬਾਹਰ, ਬਸ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ, ਤੇ ਬਾਹਰ ਫਸ ਗਿਆ ਇਹਦੇ ਵਿੱਚ ਕਿ ਵੀ ਬਾਹਰ ਹੀ ਜਾਣਾ ਹੈ ਤੇ ਕੁੜੀ ਛੁੜੀ ਨੂੰ ਨਹੀਂ ਵੇਖਣਾ, ਉੱਥੇ ਹੀ ਸ਼ਾਦੀ ਕਰਨੀ ਹੈ। ਤੇ ਇੱਥੇ ਕੋਈ ਮੰਗਣੀ ਸ਼ਗਣੀ ਹੋਈ ਹੋਵੇ ਤੁਹਾਡੀ? ਮੰਗਣੀ ਕੀ ਕਹਿੰਦੇ ਨਹੀਂ, ਮੈਂ ਸ਼ਾਦੀ ਨਹੀਂ ਕਰਾਂ, ਮੰਗਣੀ ਵੀ ਨਹੀਂ, ਮਤਲਬ ਇੱਥੇ ਕੋਈ ਸ਼ਾਦੀ ਮੰਗਣੀ ਹੋਈ ਹੈ ਤੁਹਾਡੀ ਇਸ ਤੋਂ ਪਹਿਲੇ? ਨਹੀਂ। ਬਿਲਕੁਲ ਨਹੀਂ ਹੋਈ? ਸਾਡੇ ਕੋਲ ਰਿਪੋਰਟ ਹੈ, ਸਾਨੂੰ ਇਹ ਪਤਾ ਲੱਗਿਆ ਹੈ ਕਿ ਵੀ ਇੱਥੇ ਤੁਸੀਂ 2 ਵਿਆਹ ਕੀਤੇ ਨੇ ਔਰ ਦੋਵੇਂ ਬੁੱਢੀਆਂ ਤੁਸੀਂ ਰੱਖੀਆਂ ਰਹੀਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਛੱਡਤਾ। 2 ਸ਼ਾਦੀਆਂ ਹੋਈਆਂ ਮਗਰ ਨਹੀਂ। ਅੱਛਾ, 2 ਸ਼ਾਦੀਆਂ ਹੋਈਆਂ ਤੁਹਾਡੀਆਂ? ਹੋ ਗਈ ਉਹ ਪਹਿਲੇ। ਅੱਛਾ, ਤੇ ਤੁਸੀਂ ਕਹਿੰਦੇ ਸੀ ਹੁਣ ਕਿ ਮੇਰੀ ਕੋਈ ਸ਼ਾਦੀ ਨਹੀਂ ਹੋਈ, ਕੋਈ ਮੰਗਣੀ ਨਹੀਂ ਹੋਈ? ਹੋਈਆਂ ਨੇ, ਵਾਲ ਸਾਹਿਬ ਨੇ ਕਦੇ 2 ਕਰਵਾਈਆਂ, ਤਲਾਕ ਹੋਈ ਸੀ। ਅੱਛਾ, ਉਹਨਾਂ ਨੂੰ ਤਲਾਕ ਹੋ ਗਈ? ਹਾਂਜੀ। ਉਹ ਤਲਾਕ ਕਿਹਨੇ ਦੇ ਦਿੱਤੀ? ਬਸ ਉਹਨਾਂ ਨੇ ਖੁਦ ਹੀ ਲੈ ਲਈ। ਉਹਨਾਂ ਨੇ ਖੁਦ ਹੀ ਲੈ ਲਈ? ਕੀ ਵਜ੍ਹਾ ਬਣੀ ਤਲਾਕ ਲੈਣ ਦੀ? ਬਸ ਉਹਨਾਂ ਨੇ ਖੁਦ ਕਿ ਠੀਕ ਹੈ ਤੁਸੀਂ। ਨਹੀਂ, ਉਹਨਾਂ ਨੇ ਕੀ ਕਿਹਾ ਕਿ ਵੀ ਕੀ ਵਜ੍ਹਾ ਹੈ ਕਿ ਵੀ ਸਾਨੂੰ ਤਲਾਕ ਦੇ ਦੇ, ਬਈ ਇਹ ਕੀ ਗੱਲ ਹੋਈ? ਬਸ ਬੰਦੇ ਅੱਛੇ ਨਹੀਂ ਸੀ। ਕੀ ਕਹਿੰਦੇ ਸੀ? ਖੁਦ ਹੀ ਜਾਨ ਛੁਡਵਾ ਲਈ। ਕੀ ਆਂਦੇ ਸੀ? ਆਂਦੇ ਕੁਝ ਵੀ ਨਹੀਂ, ਤੁਸੀਂ ਗਲਤ ਪਾਸੇ ਨਹੀਂ ਨਾ ਜਾ ਸਕਦੇ। ਬਸ ਕਿ ਠੀਕ ਹੈ ਨਹੀਂ। ਮਤਲਬ ਗਲਤ ਪਾਸੇ? ਕੀ ਗਲਤ ਪਾਸੇ? ਨਿਕਾਹ ਕੀਤਾ ਸੀ, ਕੋਈ ਜੁਰਮ ਤਾਂ ਨਹੀਂ ਕੀਤਾ ਸੀ? ਨਿਕਾਹ ਕੀਤਾ ਸੀ, ਸਾਰਾ ਕੁਝ ਕੀ ਕਹਿੰਦੇ ਗਲਤ ਨਾਮ ਸੀ, ਸਾਰਾ ਕੁਝ ਸੀ। ਹਾਂ ਹਾਂਜੀ। ਤੇ ਨਿਕਾਹ ਕਰਕੇ ਕੀ ਗਲਤ ਹੁੰਦਾ? ਨਿਕਾਹ ਉਹਨਾਂ ਨੇ ਦੱਸਿਆ ਕੁਝ ਹੋਰ ਸੀ, ਨਾਮ ਸਾਨੂੰ ਜੋ ਨਿਕਾਹ ਵਾਲੇ ਸ਼ਾਦੀ ਵਾਲੇ ਨੂੰ ਪਤਾ ਚੱਲੇ ਕਿ ਅੱਛਾ, ਉਹਨਾਂ ਨੇ ਕੁੜੀ ਕੋਈ ਹੋਰ ਵਿਖਾਈ ਤੇ ਦੇ ਕੋਈ ਹੋਰ ਸੀ? ਕੁੜੀ ਦਿਖਾਈ ਹੋਈ, ਕੁੜੀ ਦਾ ਨਾਮ ਪਹਿਲੇ ਗਲਤ ਦੱਸਿਆ ਨਾ। ਅੱਛਾ, ਸ਼ਾਦੀ ਵਾਲੇ ਦਿਨ ਸਹੀ ਪਤਾ ਲੱਗਿਆ ਨਾ। ਹਾਂਜੀ, ਪਿਆਰ ਨਾਲ ਸਾਰੇ ਕਹਿੰਦੇ ਨੇ। ਇਸ ਗੱਲ ਤੇ ਤੂੰ ਤਲਾਕ ਦੇ ਦਿੱਤੀ ਬਈ ਕਿ ਨਹੀਂ? ਉਹਨੇ ਤਲਾਕ ਕਿਉਂ ਲੈ ਲਈ? ਤੂੰ ਕਿਹਾ ਵੀ ਉਹਨੇ ਝੂਠ ਬੋਲਿਆ? ਉਹਦੇ ਮਾਪਿਓ ਗਲਤ ਸਨ। ਉਹਦੇ ਮਾਪਿਓ ਗਲਤ ਸੀ? ਕੀ ਕਹਿੰਦੇ ਸੀ ਉਹਦੇ ਮਾਪਿਓ? ਮਾਪਿਓ ਜਦੋਂ ਗਲਤ ਹੋਵੇ ਤੇ ਔਲਾਦ ਵੀ ਗਲਤ ਹੀ ਹੁੰਦੀ। ਨਹੀਂ, ਮਾਪਿਓ ਕੀ ਆਂਦੇ ਸੀ? ਕੀ ਗਲਤੀ ਸੀ ਮਾਪਿਓ ਦੀ? ਦੋਵਾਂ ਕੁੜੀਆਂ ਦੇ ਮਾਪਿਓ ਗਲਤ ਸੀ? ਨਹੀਂ ਨਹੀਂ ਨਹੀਂ, ਇਹ ਹੁੰਦਾ ਨਾ ਕਿ ਵੀ ਪਹਿਲੀ ਇੱਕ ਕੁੜੀ ਗਲਤ ਹੋ ਗਈ, ਚਲੀ ਇੱਕ ਕੁੜੀ ਦਾ ਮਾਪਿਓ ਗਲਤ ਹੋ ਗਿਆ, ਚਲੋ ਮੰਨ ਲਿਆ, ਪਰ ਦੋਵੇਂ ਕੁੜੀਆਂ ਦੇ ਮਾਪਿਓ ਗਲਤ ਸੀ, ਦੋਵੇਂ ਕੁੜੀਆਂ ਗਲਤ ਸੀ, ਦੋਵਾਂ ਦੇ ਨਾਂ ਗਲਤ ਸੀ? ਬਸ ਜੀ ਤੁਹਾਨੂੰ ਪਤਾ ਹੀ ਕੀ ਪਤਾ ਮੈਨੂੰ?
ਮੈਂ ਕੋਈ ਫਰਿਸ਼ਤਾ ਥੋੜੀ ਹੈ ਕਿ ਮੈਨੂੰ ਪਤਾ ਹੈ ਸਾਰੀ ਗੱਲ ਦਾ। ਅੱਛਾ ਮੈਨੂੰ ਇਹ ਦੱਸੋ ਕਿ ਗਾਣ ਗੂਣ ਦਾ ਸ਼ੌਕ ਹੈ ਤੁਹਾਨੂੰ? ਗਾਣਾ ਛਾਣਾ ਜਦੋਂ ਜਵਾਨੀ 'ਚ ਸੀ ਉਦੋਂ ਗਾ ਗੂ ਲਈਦਾ। ਹੁਣ ਕਿਹੜੇ ਬੁੱਢੇ ਹੋ ਗਏ ਹੋ, ਜਵਾਨੀ ਸੀ ਤੇ ਗਾ ਲਈਦਾ, ਤੇ ਹੁਣ ਕਿਹੜੇ ਕੋਈ 50 ਸਾਲਾਂ ਦੇ ਹੋ ਗਏ ਤੇ ਠੀਕ ਹੈ। ਤੇ ਕੋਈ ਸੋਹਣੀ ਜਿਹੀ ਗਜ਼ਲ ਸੁਣਾ ਦਿਓ। ਅੱਛਾ ਕੋਈ ਜੋ ਦਿਲ ਕਰਦਾ ਸੁਣਾ ਦਿਓ। तेरी उम्मीद तेरा इंतजार करते हैं ऐ सनम हम तो सिर्फ तुमसे प्यार करते हैं। ਵਾਹ ਜੀ ਵਾਹ, ਕੀ ਬਾਤ ਹੈ। ਗਾਣੇ ਰੋਮਾਂਟਿਕ ਤੇ ਕਹਿੰਦਾ ਜੀ ਮੈਂ ਇਸ਼ਕ ਨਹੀਂ ਕੀਤਾ, ਤੇ ਕੋਈ ਹੋਰ ਕੋਈ ਗਜ਼ਲ ਜਾਂ ਕੋਈ ਗਾਣਾ ਜਾਂ ਕੋਈ ਸ਼ੇਰ? ਇਹ ਜਿਹੜਾ ਗਾਣਾ ਤੁਸੀਂ ਗਾਇਆ ਹੈ ਇਹ ਕਿਹਦੇ ਵਾਸਤੇ ਗਾਇਆ ਤੁਸੀਂ? ਪਹਿਲੀ ਬੀਵੀ ਵਾਸਤੇ? ਹਾਂਜੀ ਸਮਝ ਲਓ ਪਹਿਲੀ ਬੀਵੀ ਹਾਸੇ। ਹਜੇ ਵੀ ਦਿਲ 'ਚ ਮੁਹੱਬਤ ਹੈ, ਹੁਬ ਹੈ ਕਿ ਪਹਿਲੀ ਬੀਵੀ ਜੀ ਵਾਸਤੇ? ਅੱਛਾ ਮੈਨੂੰ ਇਹ ਦੱਸੋ, ਇਹ 2 ਬੀਵੀਆਂ ਤੁਸੀਂ ਰੱਖੀਆਂ, ਠੀਕ ਹੈ, ਤੁਸੀਂ ਪਹਿਲੇ ਕਿਹਾ ਕਿ ਵੀ ਬੀਵੀ ਕੋਈ ਵੀ ਨਹੀਂ ਰੱਖੀ, ਸ਼ਾਦੀ ਕੋਈ ਨਹੀਂ ਕੀਤੀ, ਫਿਰ ਮਾਸ਼ਾਅੱਲਾ 2 ਸ਼ਾਦੀਆਂ ਵੀ ਨਿਕਲ ਆਈਆਂ ਤੁਹਾਡੀਆਂ, ਪਤਾ ਨਹੀਂ ਹੁਣ ਹੁਣ ਬੱਚੇ ਵੀ ਨਿਕਲਣਗੇ ਕੋਈ ਥੋੜੀ ਦੇਰ ਬਾਅਦ, ਠੀਕ ਹੈ, ਢੇਰ ਸਾਰੀਆਂ ਗੱਲਾਂ ਬਾਤ ਨਿਕਲਣਗੀਆਂ। ਮੈਨੂੰ ਇਹ ਦੱਸੋ ਕਿ ਸ਼ਾਦੀशुदा ਜ਼ਿੰਦਗੀ ਦੇ ਵਿੱਚ ਮੀਆਂ ਬੀਵੀ ਪਿਆਰ ਨਾਲ ਇੱਕ ਦੂਜੇ ਨੂੰ ਬੁਲਾਉਂਦੇ ਨੇ, ਠੀਕ ਹੈ, ਉਹ ਆਉਂਦੇ ਨੇ ਵੀ ਕਿਸੇ ਨੂੰ ਕੋਈ ਜਾਨੂ ਕਹਿੰਦਾ ਹੈ, ਕੋਈ ਕਹਿੰਦਾ, ਕੋਈ ਸਾਰੇ ਜਾਨੂ ਹੀ ਆਖਦੇ ਨੇ। ਅੱਛਾ ਜਾਨੂ ਆਉਂਦੀ ਸੀ ਕਿ ਜਾਨੂ ਜੀ, ਤੇ ਤੂੰ ਕੀ ਆਉਂਦਾ ਸੀ ਉਹਨੂੰ ਪਿਆਰ ਨਾਲ? ਮੈਂ ਜਾਨ ਜੀ ਆਖਦਾ ਸੀ। ਜਾਨ ਜੀ। ਅੱਛਾ ਤੂੰ ਜਾਨੂ ਤੇ ਉਹ ਤੇਰੀ ਜਾਨ ਜੀ। ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਪ੍ਰਦੇਸ਼ ਜਾ ਰਹੇ ਹੋ, ਤੇ ਹੁਣ ਤੁਹਾਡਾ ਇਰਾਦਾ ਪੱਕਾ ਬਣ ਗਿਆ ਕਿ ਪ੍ਰਦੇਸ਼ ਹੀ ਜ਼ਿੰਦਗੀ ਗੁਜ਼ਾਰਨੀ ਹੈ ਔਰ ਪ੍ਰਦੇਸ਼ ਹੀ ਰਹਿਣਾ ਹੈ, ਵਾਪਸ ਮੁੜ ਪਾਕਿਸਤਾਨ ਨਹੀਂ ਆਣਾ। ਤੇ ਜਿਹੜੇ ਪਾਕਿਸਤਾਨ 'ਚ ਲੋਕ ਰਹਿ ਰਹੇ ਨੇ ਔਰ ਸ਼ਾਦੀशुदा ਜ਼ਿੰਦਗੀ ਹੈ ਜਿਨ੍ਹਾਂ ਦੀ, ਉਹ ਜਿਹੜੇ ਸ਼ਾਦੀ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਜ਼ਿੰਦਗੀ ਆਪਣੀ ਗੁਜ਼ਾਰਨ? जे जो चिलमन है दुश्मन है हमारे। जी नाज़रीन, ये थे हमारे साथ प्रोग्राम गलाम बाता में इब्रार साहब, और इब्रार साहब ने अपनी निजी ज़िंदगी के बारे में कुछ डिस्कशन किया, हमारे साथ बताया, और प्रदेश क्यों जाना चाहते हैं उसके बारे में डिस्कशन की। हमने बहुत कुछ इनसे पूछने की कोशिश की, लेकिन ये हर बात छुपाते रहे और कुछ बातें निकली, कुछ इन्होंने छुपा ली, ठीक है। और इसी तरह हम और भी गेस्ट बुलाएंगे और उनके साथ उनसे उनके सवालात पूछेंगे, उनकी निजी ज़िंदगी के बारे में पूछेंगे। तब तक के लिए इजाज़त दीजिए। पाकिस्तान पाइंदाबाद देखते रहिएगा लीड न्यूज़।